काके जो आदमी सिर तो मर जाए ना दिल च कई ख्याल होंदे हैगे आ। ਪੋਤਰੀ ਲੈ ਕੇ ਜਾਂਦੇ वो अंमृतसरी ਉਹ ਲੈ ਕੇ ਨਹੀਂ ਜਾਂਦੇ ਤੁਹਾਨੂੰ? मैं नहीं उन्हें को रेंदी वोटी बड़ी अंतरी है। ਟ੍ਰਿਪਲ ਸਟੋਰੀ ਕੋਠੀ ਹੈਗੀ ਆ। ਜਦੋਂ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਿ ਮਾਂ ਸਾਡੇ ਵੱਲੋਂ ਰੁੜ ਜੇ ਮਰ ਜੇ ਸਾਨੂੰ ਕੋਈ ਮਤਲਬ ਨਹੀਂ। ਕੰਮ ਕੀਤਾ ਜਿਹੜੀ ਜਗ੍ਹਾ ਦਿੱਤੀ ਹੈ, ਨਹੀਂ ਤੇ ਇਹ ਰੋਲਦੀ ਹੋਣੀ ਸੀ ਮਾਤਾ। ਮਾਸੀ ਦੀ ਜਗ੍ਹਾ ਹੈ। ਜਦੋਂ ਤੱਕ ਹੈਗੀ ਹੈ ਉਹਦੀ ਹੈ। ਇਹ ਜਗ੍ਹਾ ਮੈਨੂੰ ਇਹ ਮਾਸੀ ਨੇ ਲੈ ਕੇ ਦਿੱਤੀ ਹੈ। ਮੈਂ ਤੇ ਕਿਰਾਏ ਤੇ ਸੀ ਤੇ ਇਹ ਕਹਿੰਦੀ ਹੁੰਦੀ ਸੀ ਆ ਤੇਰੀ ਹੂੰ, ਆ ਤੇਰੀ ਹੂੰ, ਆ ਤੇਰੀ ਹੂੰ। ਇਹਨਾਂ ਵੱਲੋਂ ਕਿਹਾ ਜਾਂਦਾ ਸੀ ਇਹ ਨਹੀਂ ਇਹ ਤੂੰ ਲੈਣੀ ਹੈ, ਇਹ ਤੇਰੀ ਹੈ। ਦੋਸਤੋ, ਛੋਟੇ ਹੁੰਦਿਆਂ ਬੱਚਿਆਂ ਦਾ ਆਪਸ ਵਿੱਚ ਝਗੜਾ ਹੁੰਦਾ ਸੀ। ਜਦੋਂ ਮਾਂ ਇੱਕ ਬੱਚੇ ਨੂੰ ਪਿਆਰ ਕਰ ਦਿੰਦੀ ਸੀ ਤੇ ਦੂਸਰਾ ਬੱਚਾ ਜਿਹੜਾ ਸੀ ਉਹ ਕਹਿੰਦਾ ਸੀ ਮੈਨੂੰ ਪਿਆਰ ਕਿਉਂ ਨਹੀਂ ਕੀਤਾ, ਮੈਨੂੰ ਮਾਂ ਨੇ ਪਿਆਰ ਕਿਉਂ ਨਹੀਂ ਕੀਤਾ, ਤੇ ਲੜਾਈ ਹੁੰਦੀ ਸੀ ਕਿ ਮਾਂ ਮੇਰੀ ਆ। ਤਾਂ ਜਿਉਂ-ਜਿਉਂ ਜਵਾਨੀ ਦੀ ਦਲੀਜ ਵਿੱਚ ਬੱਚੇ ਪੈਰ ਰੱਖ ਲੈਂਦੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਨੇ ਮਾਂ ਤੇਰੀ ਆ। ਅਕਸਰ ਇਹ ਸੁਣਨ ਨੂੰ ਮਿਲਦਾ। ਤਾਂ ਡੇਲੀ ਪੋਸਟ ਪੰਜਾਬੀ ਵੱਲੋਂ ਕੁਝ ਦਿਨ ਪਹਿਲਾਂ ਕੁਝ ਤਸਵੀਰਾਂ ਦਿਖਾਈਆਂ ਗਈਆਂ ਸੀ ਇੱਕ ਸ਼ਹਿਰ ਦੀਆਂ, ਜਿੱਥੇ ਕਿ ਇੱਕ ਮਾਂ ਇਸੇ ਤਰੀਕੇ ਦੇ ਨਾਲ ਪੀੜਤ ਸੀ ਜਿਸ ਤਰ੍ਹਾਂ ਕਿ ਹੁਣ ਇਸ ਮਾਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ। ਇਹ ਮਾਂ ਜਿਹੜੀ ਬੈਠੀ ਨਜ਼ਰ ਆ ਰਹੀ ਆ, ਇਸ ਮਾਂ ਵੱਲੋਂ ਇੱਥੇ ਕਰੀਬ 10-15 ਸਾਲ ਤੋਂ ਟਾਈਮ ਪਾਸ ਕੀਤਾ ਜਾ ਰਿਹਾ। ਤਾਂ ਜਿਸ ਤਰ੍ਹਾਂ ਉਸ ਮਾਂ ਦੇ ਬੱਚੇ ਸਰਕਾਰੀ ਨੌਕਰੀਆਂ ਕਰਦੇ ਸੀ, ਜਿਹੜੀ ਮਾਂ ਦੀ ਮੌਤ 4x4 ਦੇ ਬੱਚੇ ਦੇ ਵਿੱਚ ਹੋਈ ਸੀ, ਤਾਂ ਸਰਕਾਰੀ ਨੌਕਰੀਆਂ ਕਰਦੇ ਸੀ, ਤਾਂ ਕਿਸੇ ਨੇ ਉਸ ਮਾਂ ਨੂੰ ਨਹੀਂ ਪੁੱਛਿਆ ਸੀ। ਤੇ ਜਦੋਂ ਉਹਦੀ ਮੌਤ ਹੋ ਗਈ ਤਾਂ ਉਹਦਾ ਅੰਤਿਮ ਸੰਸਕਾਰ ਕਰਨ ਵਾਸਤੇ ਫਟਾਫਟ ਅਗਾਂਹ ਵੱਧ ਗਏ ਸੀ ਕਿ ਲੋਕ ਸਾਨੂੰ ਗੱਲਾਂ ਨਾ ਕਰਨ। ਪਰ ਪਹਿਲਾਂ ਕਿੱਥੇ ਸੁੱਤੇ ਹੁੰਦੇ ਨੇ ਇਸ ਤਰ੍ਹਾਂ ਦੇ ਪੁੱਤ ਜਿਨ੍ਹਾਂ ਦੀਆਂ ਮਾਵਾਂ ਕਿਤੇ ਨਾ ਕਿਤੇ ਇੰਤਜ਼ਾਰ ਕਰਦੀਆਂ ਨੇ ਕਿ ਕਦੋਂ ਸਾਡਾ ਪੁੱਤ ਸਾਡੇ ਕੋਲ ਪਹੁੰਚੇਗਾ ਤੇ ਸਾਡੀ ਖੈਰ ਲਏਗਾ। ਤੇ ਲਗਾਤਾਰ ਇਹ ਤਸਵੀਰਾਂ ਦਿਖਾਉਣ ਦਾ ਤੁਹਾਨੂੰ ਤੁਹਾਡੇ ਤੱਕ ਤਸਵੀਰਾਂ ਪਹੁੰਚਾਉਣ ਦਾ ਸਾਡਾ ਇੱਕ ਹੀ ਉਦੇਸ਼ ਹੈ ਕਿ ਕਿਤੇ ਨਾ ਕਿਤੇ ਸਹੀ ਸੁਨੇਹਾ ਜਿਹੜਾ ਵਾ ਉਹ ਲੋਕਾਂ ਨੂੰ ਮਿਲੇ। ਪਰ ਲੋਕਾਂ ਨੂੰ ਸੁਨੇਹਾ ਕਿਉਂ ਨਹੀਂ ਸਹੀ ਮਿਲਦਾ? ਇਹ ਦੁਖਿਆਰੀ ਮਾਂ ਕਿਤੇ ਨਾ ਕਿਤੇ ਇਸ ਹੀ ਦੁਕਾਨ ਦੇ ਵਿੱਚ ਰਹਿੰਦੀ ਹੈ, ਸੜਕ ਦੇ ਕੰਢੇ ਦੇ ਉੱਤੇ, ਤੇ ਇਸ ਮਾਂ ਦੇ ਵੀ ਪੁੱਤ ਨੇ, ਧੀਆਂ ਪੁੱਤ ਨੇ, ਪੋਤਰੇ ਪੋਤਰੀਆਂ ਨੇ, ਤਾਂ ਚੰਗੇ ਘਰਾਂ ਦੇ ਵਿੱਚ ਰਹਿੰਦੇ ਨੇ ਕਿਹਾ ਜਾਂਦਾ। ਜਿਸ ਤਰ੍ਹਾਂ ਇਨਫੋਰਮੇਸ਼ਨ ਸਾਨੂੰ ਇਸ ਆਸ-ਪਾਸ ਦੇ ਇਲਾਕੇ ਵਿੱਚੋਂ ਮਿਲੀ ਆ, ਤੇ ਆਸ-ਪਾਸ ਦੇ ਇਲਾਕੇ ਵੱਲੋਂ ਇਹ ਕਹਿਣਾ ਹੈ ਕਿ ਇਸ ਦੇ ਪੁੱਤ ਨੇ, ਦੋਤਰੇ ਪੋਤਰੇ ਹਰ ਕੋਈ ਹੈਗੇ ਨੇ, ਤੇ ਵੱਖਰੇ ਵਧੀਆ ਘਰਾਂ 'ਚ 3-3 ਮੰਜ਼ਲਾਂ ਦੇ ਘਰਾਂ ਦੇ ਵਿੱਚ ਰਹਿੰਦੇ ਨੇ ਤੇ ਨੌਕਰੀਆਂ ਵੀ ਕਰਦੇ ਨੇ। ਪਰ ਕਾਰਨ ਕੀ ਹੈ? ਇਸ ਮਾਂ ਦੀ ਖੈਰ ਲੈਣ ਵਾਸਤੇ ਕੋਈ ਕਿਉਂ ਨਹੀਂ ਪਹੁੰਚਿਆ? ਇਹ ਸਵਾਲ ਜਿਹੜਾ ਵਾ ਉਹ ਹਰ ਇੱਕ ਵਾਸਤੇ ਉੱਠ ਰਿਹਾ। ਮਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਕਿ ਕੀ ਕਹਿੰਦੇ ਆ, ਕਿਉਂਕਿ ਜਦੋਂ ਮਾਂ ਛੋਟੇ ਬੱਚੇ ਨੂੰ ਉਂਗਲ ਫੜ ਕੇ ਸਿਖਾਉਂਦੀ ਹੈ, ਚੱਲਣਾ ਸਿਖਾਉਂਦੀ ਹੈ, ਤਾਂ ਮਾਂ ਨੂੰ ਆਸ ਹੁੰਦੀ ਹੈ ਕਿ ਜਦੋਂ ਮੈਂ ਬੁਢਾਪੇ ਦੇ ਵਿੱਚ ਪੈਰ ਰੱਖਾਂਗੀ ਤੇ ਮੇਰੇ ਬੱਚੇ ਮੇਰਾ ਸਾਥ ਦੇਣਗੇ, ਤੇ ਫਿਰ ਮੇਰੇ ਬੱਚੇ ਮੇਰੀ ਉਂਗਲੀ ਫੜ ਕੇ ਮੈਨੂੰ ਚੱਲਣਾ ਸਿਖਾਣਗੇ। ਮਾਤਾ ਜੀ, ਕੀ ਨਾਮ ਤੁਹਾਡਾ? ਗੁਰਦੀਪ ਕੌਰ। ਕਿੰਨੀ ਦੇਰ ਤੋਂ ਇੱਥੇ ਰਹਿੰਦੇ ਪਏ ਜੀ? ਇੱਥੇ ਹੋ ਹੀ ਗਿਆ ਮੈਨੂੰ ਸਾਲ, ਡੇਢ ਸਾਲ। 1.5 ਸਾਲ ਹੋ ਗਿਆ। ਤੁਹਾਡੇ ਇਲਾਕੇ ਵਾਲੇ ਕਹਿੰਦੇ ਕਾਫੀ ਦੇਰ ਹੋ ਗਈ, 10 ਸਾਲ ਹੋ ਚੁੱਕੇ। 25 ਸਾਲ ਹੋ ਚੁੱਕੇ। 20 ਤੋਂ 25 ਸਾਲ। ਤਾਂ ਕਿਉਂ ਕੱਢਿਆ ਤੁਹਾਡੇ ਬੱਚਿਆਂ ਨੇ? ਕਿੰਨੇ ਬੱਚੇ ਤੁਹਾਡੇ? 9। ਕੌਣ ਹੈ? ਕੀ? ਮੈਨੂੰ ਕਿਹਾ ਨਹੀਂ ਕੱਢਿਆ। ਹਾਂਜੀ काके जो आदमी सिर तो मर जाए ना ਜੀ दिल च कई ख्याल होंदे हैगे आ। ਜੀ। मैनू गौरमेंट पैसा दिंदी है ਕਿੰਨਾ ਪੈਸਾ ਦਿੰਦੀ ਹੈ? 20,000 रुपया। 20,000 ਰੁਪਏ ਆਉਂਦਾ ਵਾ? ਤੇ ਹਾਲਾਤ ਤੁਹਾਡੇ ਦੱਸਦੇ ਨਹੀਂ ਪਏ ਕਿ ਗਵਰਨਮੈਂਟ ਪੈਸੇ ਦਿੰਦੀ ਹੋਏਗੀ ਤੁਹਾਨੂੰ? ਦਿੰਦੀ ਹੈ। ਮਾਂ ਦਾ ਦਿਲ ਬੜਾ ਵੱਡਾ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਮਾਂ ਨੂੰ ਲੱਖ ਦੁੱਖ ਵੀ ਦੇ ਲੈਣ ਬੱਚੇ ਤਾਂ ਮਾਂ ਹਮੇਸ਼ਾ ਉਹਦੀ ਤਾਰੀਫ ਹੀ ਕਰੇਗੀ। ਤੁਸੀਂ ਉਹ ਦੇਖਿਆ ਹੋਣਾ ਕਿ ਜਦੋਂ ਕੋਈ ਗਰਲਫ੍ਰੈਂਡ ਵੱਲੋਂ ਕਿਹਾ ਜਾਂਦਾ ਕਿ ਆਪਣੀ ਮਾਂ ਦਾ ਦਿਲ ਲੈ ਕੇ ਆ, ਤੇ ਉਹ ਦਿਲ ਲੈ ਕੇ ਚਲਾ ਜਾਂਦਾ। ਜਦੋਂ ਬੱਚਾ ਡਿੱਗਦਾ ਤੇ ਉਹ ਕਹਿੰਦਾ ਹੈ ਕਿ ਬੱਚਿਆ ਤੈਨੂੰ ਸੱਟ ਤੇ ਨਹੀਂ ਲੱਗੀ, ਮਾਂ ਦਾ ਦਿਲ ਇਸ ਤਰ੍ਹਾਂ ਦਾ ਦਿਲ ਹੁੰਦਾ। ਵਾਕਿਆ ਉਹ ਜਿਹੜੀਆਂ ਗੱਲਾਂ ਕੁਝ ਸ਼ਾਇਰਾਂ ਨੇ ਲਿਖੀਆਂ ਉਹ ਬਹੁਤ ਚੰਗੀਆਂ ਗੱਲਾਂ ਲਿਖੀਆਂ, ਤੇ ਉਹ ਗੱਲਾਂ ਜਿਹੜੀਆਂ ਨੇ ਉਹ ਨਜ਼ਰ ਵੀ ਆਉਂਦੀਆਂ ਨੇ। ਮਾਤਾ ਜੀ, ਕੀ ਦੁੱਖ ਹੋਇਆ ਇਸ ਵੇਲੇ? ਇੱਥੇ ਰਹਿੰਦੇ ਪਏ ਜੇ ਬੱਚੇ ਤੁਹਾਡੇ, ਆਂਦੇ ਨਹੀਂ ਤੁਹਾਡੇ ਕੋਲ? ਆਂਦੇ ਆ ਤੇ ਕੀ ਕਰਦੇ ਨੇ ਆ ਕੇ? ਖਰਚਾ ਖੁਰਚਾ ਦੇ ਕੇ ਚਲ ਜਾਂਦੇ। ਉਹ ਅੰਮ੍ਰਿਤਸਰ ਰਹਿੰਦੇ ਆ। ਤੇ ਤੁਸੀਂ ਵੀ ਅੰਮ੍ਰਿਤਸਰ ਹੀ ਜੇ? ਅੰਮ੍ਰਿਤਸਰ ਨਹੀਂ ਹੈਗੇ, ਅੱਛਾ। ਇਹ ਮਜੀਠੇ ਹੈਗੇ। ਦਿਮਾਗੀ ਪਰੇਸ਼ਾਨੀ ਬਹੁਤ ਹੈ। ਮੈਨੂੰ ਕੋਈ ਪਰੇਸ਼ਾਨੀ ਨਹੀਂ। ਕੋਈ ਪਰੇਸ਼ਾਨੀ ਨਹੀਂ ਤੁਸੀਂ? ਤੇ ਤੁਹਾਡੇ ਬੱਚੇ ਕਿੰਨੇ ਕਿਹੜਾ ਕੰਮ ਕਰਦੇ ਆ, ਪਤਾ ਕੁਛ?
ਕੀ ਕੰਮ ਕਰਦੇ? ਚੰਗੇ ਕੰਮ ਕਰਦੇ ਕਿ ਮਾੜੇ? ਆਪਣੇ ਕੰਮ ਕਰਦੇ ਕੀ ਕੰਮ ਕਰਦੇ ਆ? ਪਾਵਰਾਂ ਦਾ। ਪਾਵਰਾਂ ਦਾ ਕੰਮ ਕਰਦੇ ਆ। ਤਾਂ ਤੁਹਾਨੂੰ ਲੈ ਕੇ ਨਹੀਂ ਜਾਂਦੇ ਘਰ? ਘਰ ਮੇਰਾ ਟੁੱਟ ਗਿਆ ਹੋਵੇ। ਨਹੀਂ ਤੇ ਜਿਹੜਾ ਤੁਹਾਡੇ ਬੇਟਿਆਂ ਦਾ ਘਰ ਵਾ, ਬੱਚਿਆਂ ਦਾ ਘਰ, ਉਹ ਕਿੱਥੇ ਆ? ਉਹ 'ਚ ਨਹੀਂ ਲੈ ਕੇ ਜਾਂਦੇ ਉਹ ਤੁਹਾਨੂੰ? ਅੰਮ੍ਰਿਤਸਰ ਹੀ ਹੈ। ਉਹ ਲੈ ਕੇ ਨਹੀਂ ਜਾਂਦੇ ਤੁਹਾਨੂੰ? ਮੈਂ ਨਹੀਂ ਉਹਨਾਂ ਕੋਲ ਰਹਿੰਦੀ, ਉਹ ਵੋਟੀ ਬੜੀ ਤੇਰੀ ਹੈ। ਕੀ ਕਹਿੰਦੀ ਆ? ਐਂ ਬਕਵਾਸ ਕਰਦੀ ਰਹਿੰਦੀ। ਗਾਲ ਮਾਰਦੀ ਕੁੱਟਦੀ ਆ? ਮੈਨੂੰ ਕੋਈ ਕਮੀ ਨਹੀਂ ਹੈਗੀ। ਇਹ ਮਕਾਨ ਮੇਰਾ ਆਪਣਾ ਹੈਗਾ, ਹੂੰ। ਕੋਈ ਕਮੀ ਨਹੀਂ, ਮੈਨੂੰ ਸਭ ਕੁਝ ਦਿੰਦੇ ਆ। ਮਾਤਾ ਰਾਣੀ ਦੀ ਤਸਵੀਰ ਰੱਖੀ, ਧੂਫ ਬੱਤੀ ਕਰਦੇ ਜੇ? ਮੈਂ ਧੂਪ ਬੱਤੀਆਂ ਕੀ ਕਰਨੀ ਹੈ? ਹੂੰ ਜਦੋਂ ਆਦਮੀ ਸਿਰ ਤੇ ਚੱਲ ਜਾਏ ਧੂਪ ਬੱਤੀਆਂ ਕੀ ਕਰਨੀਆਂ? ਜੀ। ਕੋਈ ਕਮੀ ਨਹੀਂ ਹੈਗੀ ਇੱਥੇ ਮੈਨੂੰ। ਹੂੰ। ਭਾਜੀ ਕਿੰਨੀ ਦੇਰ ਤੋਂ ਦੇਖ ਰਹੇ ਜੇ ਇੱਥੇ ਮਾਤਾ ਜੀ ਨੂੰ? ਇਹ ਭਾਜੀ ਜਿੰਨਾ ਕੋ ਸਮਾਂ ਪਹਿਲਾਂ ਵੀ ਮੈਂ ਦੇਖਿਆ ਸੀ ਮਾਤਾ ਜੀ ਨੂੰ, ਜਿਵੇਂ ਸਾਡੀ ਐਨਜੀਓ ਚੱਲਦੀ ਸੀ ਹਨਾ, ਤਾਂ ਇਹ ਮਾਤਾ ਜੀ ਨੂੰ ਜਦੋਂ ਪਹਿਲਾਂ ਵੀ ਮੈਂ ਕੁਝ ਸਮਾਂ ਪਹਿਲਾਂ ਦੇਖਿਆ ਸੀ, ਤੇ ਜਿਹੜਾ ਆਂਢ ਗੁਆਂਢ ਜਾਂ ਛੋਟੇ ਬੱਚੇ ਨੇ, ਜਿੱਦਾਂ ਵੀਰ ਜੀ ਹੁਣੀ ਖੜੇ ਨੇ, ਜਿਹੜੇ ਪ੍ਰੋਪਰ ਜਿਹੜੇ ਇੱਥੋਂ ਦੇ ਵਸਨੀਕ ਨੇ, ਉਹ ਦੱਸਦੇ ਨੇ ਕਿ ਮਾਤਾ ਨੂੰ 20 ਤੋਂ 25 ਸਾਲ ਹੋ ਗਏ ਨੇ। ਸਭ ਤੋਂ ਮਤਲਬ ਕਿ ਇਹਦੇ ਨਾਲ ਇੱਕ ਟਰਾਂਸਫਾਰਮ ਵਾਲਾ ਕਮਰਾ ਸੀ ਛੋਟਾ ਜਿਹਾ, ਤੇ ਉਹਦੇ ਵਿੱਚ ਮਾਤਾ ਰਹਿੰਦੀ ਸੀ। ਜਦੋਂ ਉਹਨੂੰ ਤਿਆਰ ਕਰਾ ਲਿਆ ਕਿਸੇ ਨੇ ਆਪਣਾ ਦੁਕਾਨਦਾਰੀ ਵਾਸਤੇ, ਮਾਤਾ ਇੱਧਰ ਆ ਗਈ। ਤਾਂ ਇਸ ਪਰਿਵਾਰ ਦੇ ਨਾਲ ਵੀਰ ਜੀ ਮੇਰੀ ਗੱਲ ਹੋਈ ਸੀ। ਇਤੋਂ 2 ਗਲੀਆਂ ਛੱਡ ਕੇ ਇਹਦਾ ਮਾਤਾ ਦਾ ਆਪ ਦਾ ਬੱਚਾ ਜਿਹੜਾ ਸਕਾ ਪੁੱਤ ਰਹਿੰਦਾ ਹੈ ਜੀ, 2 ਉਹਦੇ ਬੱਚੇ ਨੇ, ਉਹ ਵੀ ਵਿਆਹੇ ਨੇ, ਦੋਤਰੇ ਪੋਤਰਿਆਂ ਵਾਲੀ ਆ ਇਹ ਮਾਂ। ਟ੍ਰਿਪਲ ਸਟੋਰੀ ਕੋਠੀ ਹੈਗੀ ਆ। ਜਦੋਂ ਉਹਨਾਂ ਨਾਲ ਗੱਲ ਹੋਈ, ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਿ ਮਾਂ ਸਾਡੇ ਵੱਲੋਂ ਰੁੜ ਜੇ ਮਰ ਜੇ, ਸਾਨੂੰ ਕੋਈ ਮਤਲਬ ਨਹੀਂ। ਤੁਸੀਂ ਗਏ ਸੀ ਉੱਥੇ? ਮੈਂ ਗਿਆ ਸੀ। ਉਸ ਤੋਂ ਬਾਅਦ 15 ਦਿਨ ਪ੍ਰਸ਼ਾਸਨ ਦੇ ਨਾਲ ਰਾਬਤਾ ਕਰਕੇ ਪ੍ਰਸ਼ਾਸਨ ਨੂੰ ਮੈਡੀ ਚੌਂਕੀ ਪੈਂਦੀ, ਉੱਥੇ ਮੈਂ ਉਹਨਾਂ ਨੂੰ ਕਿਹਾ ਕਿ ਇਦਾਂ ਇੱਕ ਮਾਂ ਆ, ਉਹਨੂੰ ਕਿਤੇ ਨਾ ਕਿਤੇ ਸ਼ਰਨ ਦਿੱਤੀ ਜਾਵੇ ਕਿਸੇ ਲੇਡੀਜ਼ ਆਸ਼ਰਮ ਦੇ ਵਿੱਚ। 15 ਦਿਨ ਦੇ ਵਿੱਚ 8 ਤੋਂ 7 ਵਾਰ ਪ੍ਰਸ਼ਾਸਨ ਨੇ ਸੱਦਿਆ ਉਹਨਾਂ ਨੂੰ, ਇਹਦੇ ਮਾਤਾ ਦੇ ਬੱਚਿਆਂ ਨੂੰ, ਪਰ ਉਹ ਚੌਂਕੀ ਤੱਕ ਵੀ ਨਹੀਂ ਗਏ, ਕਿਉਂਕਿ ਪ੍ਰਸ਼ਾਸਨ ਵੀ ਇਹੀ ਗੱਲ ਕਹਿੰਦਾ ਕਿ ਸਾਡੇ ਕੋਲ ਕੋਈ ਇਦਾਂ ਦਾ ਕਾਨੂੰਨ ਹੀ ਨਹੀਂ ਹੈਗਾ ਕਿ ਅਸੀਂ ਮਾਤਾ ਨੂੰ ਇਨਸਾਫ ਦੇ ਸਕੀਏ। ਤੇ ਉਸ ਤੋਂ ਬਾਅਦ ਚ ਫਿਰ ਚਲੋ ਵਾਹਿਗੁਰੂ ਦੀ ਇਹੀ ਕਿ ਚਲੋ ਮਾਤਾ ਦੀ ਸੇਵਾ ਕਿਸੇ ਤੱਕ ਨਹੀਂ ਪਹੁੰਚੀ, ਕਿਸੇ ਆਸ਼ਰਮ ਤੱਕ ਨਹੀਂ ਪਹੁੰਚੀ। ਤਾਂ ਮੇਰੀ ਤਾਂ ਬੇਨਤੀ ਇਹੀ ਹੈ ਸਭ ਤੋਂ ਪਹਿਲਾਂ ਇੱਥੋਂ ਦੇ ਇਲਾਕੇ ਦੇ ਪ੍ਰਸ਼ਾਸਨ ਨੂੰ ਕਿ ਜਿਵੇਂ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਆ, ਜਿੱਥੇ ਲੇਡੀਜ਼ ਪ੍ਰਬੰਧ ਹੈਗਾ ਆ, ਉੱਥੇ ਮਾਤਾ ਜੀ ਨੂੰ ਰੱਖਿਆ ਜਾਵੇ, ਜਾਂ ਕੋਈ ਵੀ ਸੰਸਥਾ ਜਿਹੜੀ ਆ ਲੇਡੀਜ਼ ਆਸ਼ਰਮ ਵਾਲੀ, ਉਹ ਮੇਰੇ ਨਾਲ ਸੰਪਰਕ ਕਰ ਸਕਦੀ ਆ। ਮੋਬਾਈਲ ਨੰਬਰ ਵੀ ਮੈਂ ਆਪਣਾ ਬੋਲ ਦਿੰਦਾ ਜੀ, 6284 97 24 65। ਪਰ ਇਹ ਮਾਂ ਦੇ ਹਾਲਾਤ 25 ਸਾਲ ਇਦਾਂ ਹੀ ਕੱਟ ਦੇਣੇ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੂੜਾ ਕਰਕਟ ਕਿੱਦਾਂ, ਜੋ ਗੰਦ ਮੰਦ ਮਾਤਾ ਕਈ ਵਾਰੀ ਤੀਜੇ ਦਿਨ ਦੀ ਰੋਟੀ ਵੀ ਖਾਂਦੀ ਹੈ। ਇੱਥੇ ਇੱਕ ਭੈਣ ਹੈ ਢਾਬੇ ਵਾਲੀ, ਉਹ ਰੋਟੀ ਦੇ ਦੇ ਤਾਂ ਮਾਤਾ ਛਕ ਲੈਂਦੀ, ਉਹ ਜ਼ਿੰਮੇਵਾਰੀ ਨਿਭਾਉਂਦੀ ਹੈ ਜੀ, ਉਹਦਾ ਖੂਨ ਦਾ ਰਿਸ਼ਤਾ ਨਹੀਂ ਹੈਗਾ। ਪਰ ਆਪਣੇ ਬੱਚਿਆਂ ਵੱਲੋਂ ਮੇਰੀ ਪੋਤਰੇ ਨਾਲ ਵੀ ਫੋਨ ਤੇ ਗੱਲ ਹੋਈ, ਜਿਹੜਾ ਕਹਿੰਦਾ ਅਸੀਂ ਮਾਂ ਨੂੰ ਖਰਚਾ ਦਿੰਨੇ ਆ, ਪਰ ਅਸੀਂ ਇਨਸਾਨ ਆ, ਸਮਝ ਸਕਦੇ ਆ ਕਿ ਇੱਥੇ ਕੀ ਖਰਚਾ ਦੇਵਾਂਗੇ ਮਾਂ ਨੂੰ। ਕੱਪੜਿਆਂ ਦੇ ਹਾਲਾਤ ਤੁਸੀਂ ਦੇਖ ਲਓ, ਕੋਈ ਪੱਖਾ ਨਹੀਂ, ਲਾਈਟ ਨਹੀਂ, ਕਿੰਨੀ ਗਰਮੀ ਰਹਿ ਚੁੱਕੀ ਆ। ਹੁਣ ਬਰਸਾਤਾਂ ਵੀ ਹੋ ਰਹੀਆਂ ਨੇ, ਪਰ ਆਪਾਂ ਦੇਖਦੇ ਹਾਂ ਕਿ ਜਿਹੜੀ ਮਾਂ ਦੀ ਇੱਕ ਤਸਵੀਰ ਤੁਸੀਂ ਜਨਤਕ ਕੀਤੀ ਸੀ, ਉੱਥੇ ਦੇਖਿਆ ਕਿ ਆਪਾਂ ਕਿੱਦਾਂ ਇੱਕ ਖੁੱਡੇ 'ਚ ਪਈ ਸੀ। ਹੁਣ ਲੋਕ ਕਮੈਂਟ ਕਰ ਰਹੇ ਨੇ ਕਿ ਉਹਦੀ ਜਿਹੜੀ ਪੋਤਰੀ ਐਸਡੀਐਮ ਆ, ਉਹਨੂੰ ਸਸਪੈਂਡ ਕਰ ਦਿੱਤਾ ਜਾਵੇ, ਉਹਦੇ ਪੁੱਤ ਨੂੰ ਪਾਰਟੀ 'ਚੋਂ ਕੱਢ ਦਿੱਤਾ। ਪਰ ਮੈਂ ਕਹਿੰਦਾ ਜਿੰਦੇ ਜੀ ਆਪਾਂ ਹਾਂ ਦਾ ਨਾਰਾ ਮਾਰੀਏ ਕਿਸੇ ਲਈ, ਕਿਉਂਕਿ ਮਰਨ ਪਿੱਛੋਂ ਝੰਡੇ ਚੁੱਕਣ ਦਾ ਜਾਂ ਕਿਸੇ ਵੀ ਵਿਵਾਦਾਂ ਦਾ ਕੋਈ ਫਾਇਦਾ ਨਹੀਂ। ਇਸ ਲਈ ਮੇਰੀ ਬੇਨਤੀ ਆ, ਪਹਿਲਾਂ ਤਾਂ ਪਰਿਵਾਰ ਨੂੰ ਸ਼ਾਇਦ ਉਹਨਾਂ ਤੱਕ ਇਹ ਵੀਡੀਓ ਪਹੁੰਚ ਜੇ ਤੇ ਉਹ ਮਾਂ ਨੂੰ ਕਿਤੇ ਸ਼ਰਨ 'ਚ ਲੈ ਲੈਣ, ਜੇ ਨਹੀਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਲੇਡੀਜ਼ ਡਿਪਾਰਟਮੈਂਟ ਜਿੱਥੇ ਹੈਗਾ, ਚਾਹੇ ਲੁਧਿਆਣਾ ਆ, ਚਾਹੇ ਜਿਹੜਾ ਸੰਸਥਾ ਤੁਹਾਡੀ, ਤੁਸੀਂ ਸੰਸਥਾ ਕਹਿ ਰਹੇ, ਤੁਸੀਂ ਨਹੀਂ ਇਹਨਾਂ ਦੀ ਹੈਲਪ ਕਰ ਸਕਦੇ? ਨਹੀਂ, ਸਾਡੇ ਸਿਰਫ ਇੱਕ ਲੇਡੀਜ਼ ਪ੍ਰਬੰਧ ਨਹੀਂ ਹੈਗਾ, ਕਿਉਂਕਿ ਜਦੋਂ ਅਸੀਂ ਲੇਡੀਜ਼ ਰੱਖਦੇ ਹਾਂ, ਸਾਨੂੰ ਪ੍ਰਸ਼ਾਸਨ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਇੱਕ ਬਿਲਡਿੰਗ ਦੇ ਵਿੱਚ ਤੁਸੀਂ ਲੇਡੀਜ਼ ਜੈਂਟਸ ਇਕੱਠੇ ਨਹੀਂ ਰੱਖ ਸਕਦੇ। ਇਸ ਕਰਕੇ ਸਾਡੇ ਕੋਲ ਲੇਡੀ ਡਿਪਾਰਟਮੈਂਟ ਨਹੀਂ ਹੈਗਾ। ਬਾਕੀ ਹੁਸ਼ਿਆਰਪੁਰ ਸਾਡੇ ਵੀਰ ਨੇ ਬਾਬਾ ਦੀਪ ਸਿੰਘ ਸੇਵਾ ਦਲ, ਜਾਂ ਲੁਧਿਆਣੇ ਜਿਹੜਾ ਸ਼ੁਭਕਰਮਨ ਆਸ਼ਰਮ ਹੈ, ਉੱਥੇ ਕੰਟੈਕਟ ਕਰਾਂਗੇ। ਪਰ ਪਹਿਲ ਅਸੀਂ ਅੰਮ੍ਰਿਤਸਰ ਨੂੰ ਦਿੰਨੇ ਆ ਜੀ, ਪਹਿਲ ਦਿੰਨੇ ਆ ਇੱਥੋਂ ਦੇ ਪ੍ਰਸ਼ਾਸਨ ਨੂੰ। ਹੁਣ ਗੱਲਬਾਤ ਕਰਾਂਗੇ ਪ੍ਰਸ਼ਾਸਨ ਦੇ ਨਾਲ ਕਿ ਇਹ ਮਾਤਾ ਨੂੰ ਬਿਲਕੁਲ ਗੱਲਬਾਤ ਕਰਨੀ ਬਣਦੀ ਵੀ ਹੈ। ਜੇਕਰ ਤੁਸੀਂ ਚੰਗਾ ਕੰਮ ਕਰਦੇ ਪਏ ਜੇ ਤਾਂ ਲੋਕਾਂ ਨੂੰ ਚਾਹੀਦਾ ਅਗਾਂਹ ਵੱਧ ਕੇ ਇਸ ਕੰਮ ਦੇ ਵਿੱਚ ਸਾਥ ਦੇਣ, ਪਰ ਸ਼ਰਮ ਆਣੀ ਚਾਹੀਦੀ ਹੈ ਉਹਨਾਂ ਬੱਚਿਆਂ ਨੂੰ। ਮਾਂ ਚਾਹੇ ਜਿਸ ਤਰ੍ਹਾਂ ਦੀ ਮਰਜ਼ੀ ਆ, ਪਰ ਬੱਚਿਆਂ ਨੂੰ ਤੇ ਉਹਨੇ ਹੀ ਜਨਮ ਦਿੱਤਾ, ਇਸ ਮਾਂ ਨੇ ਹੀ ਜਨਮ ਦਿੱਤਾ, ਜਿਹੜੇ ਅੱਜ ਆਪਣੇ ਪੈਰਾਂ ਤੇ ਸਟੈਂਡ ਨੇ, ਅੱਜ ਆਪਣੇ ਕਿਤੇ ਨਾ ਕਿਤੇ ਕਾਰੋਬਾਰ ਕਰਕੇ ਆਪਣੇ ਬੱਚਿਆਂ ਨੂੰ ਪਾਲ ਲਿਆ, ਤੇ ਇਹ ਮਾਂ ਨੇ ਹੀ ਸਟੈਂਡ ਕੀਤਾ ਸੀ, ਮਾਂ ਨੇ ਹੀ। ਮਾਤਾ ਜੀ ਕੀ ਚਾਹੁੰਦੇ ਕੀ ਜੇ ਤੁਸੀਂ? ਮੈਂ ਨੌਕਰੀ ਕਰ ਰਹੀ ਹਾਂ। ਹਾਂਜੀ, ਨੌਕਰੀ ਕਰ ਰਹੀ, ਮੈਨੂੰ ਸਾਰੇ ਪੈਸੇ ਦੇ ਦੇ ਆ। ਨੌਕਰੀ ਕਰਨੀ ਤੁਸੀਂ ਕਰਦੀ ਆ। ਅੱਛਾ, ਕੀ ਨੌਕਰੀ ਕਰਦੇ ਹੋ?
ਕੰਮ ਕੁਮ ਕਰਦੀ ਹੁੰਨੀ ਮੈਂ ਇੱਥੇ ਕਾਹਦਾ? ਬੋਕਰ ਬਾਰੀ ਦਾ। ਅੱਛਾ, ਬੋਕਰ ਦੇ 20-15-20 ਬਣ ਜਾਂਦਾ। ਪੈਸੇ ਦੀ ਕੋਈ ਕਮੀ ਨਹੀਂ ਹੈਗੀ। ਪੈਸੇ ਵਾਧੂ ਆ। ਵਾਹ ਜੀ ਵਾਹ, ਇਹ ਮਾਂ ਕੋਲੋਂ ਪੈਸੇ ਵਾਧੂ ਨੇ ਤੇ ਮਹਾ ਮਾਈ ਇਹਨੂੰ ਕਿਰਪਾ ਕਰੇ ਤੇ ਪੈਸੇ ਹੀ ਦੇਵੇ ਤੇ ਵੱਧ ਤੋਂ ਵੱਧ। ਭਾਜੀ ਕਿੰਨੀ ਦੇਰ ਹੋ ਚੁੱਕੀ ਮਾਤਾ ਜੀ ਨੇ ਇੱਥੇ ਬੈਠਿਆ? ਸਾਡੇ ਕੋਲ ਤਾਂ ਦੇਖ ਰਹੇ ਨੂੰ ਸਾਡੇ ਕੋਲ ਹੀ ਹੈ, ਸਾਡੀ ਦੁਕਾਨ ਤੇ ਹੀ ਹੈ ਜੀ ਨਾਲ। ਹਾਂਜੀ, ਕਿੰਨੀ ਦੇਰ ਹੋ ਗਈ? ਤਾਂ ਬੜਾ ਆਪਾਂ ਅਸੀਂ ਤੁਹਾਨੂੰ ਵੀ ਧੰਨਵਾਦ ਕਹਿੰਦੇ ਆ ਕਿ ਤੁਸੀਂ ਦੁਕਾਨ ਦਿੱਤੀ ਹੋਈ ਆ। ਕਿੰਨੀ ਦੇਰ ਹੋ ਚੁੱਕੀ? ਮਾਸੀ ਦਾ ਮੁਕੱਦਰ ਹੈਗਾ ਜਿਹਨੇ ਮਰਜੀ ਬੈਠੀ ਹੈ ਨਾ ਨਹੀਂ ਗਈ। ਕਿੰਨੀ ਦੇਰ ਹੋ ਚੁੱਕੀ ਵੈਸੇ? ਇਹਨੂੰ ਮੈਂ ਮਾਸੀ 10 ਸਾਲ 8 ਸਾਲ ਹੋ ਗਏ ਇਹਨੂੰ 8 ਸਾਲ ਹੋ ਗਏ। ਸੋ 10 ਸਾਲ ਪਹਿਲੇ ਦੀ ਹਾਲਤ ਬੜੀ ਦਿਮਾਗੀ ਖਰਾਬ ਉੱਥੋਂ ਸਿਸਟਮ ਹੋਇਆ ਸੀ ਚਾਹੀ ਕਸ਼ਤੀ ਚ। ਦੇਖਦੇ ਜੇ ਭਾਵੇਂ ਦਿਮਾਗੀ ਹਾਲਤ ਖਰਾਬ ਹੈ ਭਾਵੇਂ ਸਹੀ ਹੈ, ਪਰ ਬੱਚਿਆਂ ਦਾ ਫਰਜ਼ ਵਾ ਕਿ ਇਸ ਤਰ੍ਹਾਂ ਬਾਹਰ ਕੱਢ ਦੇਣਾ। ਨਹੀਂ ਬੱਚਿਆਂ ਦਾ ਤਾਂ ਉਹਨਾਂ ਤੇ ਮੈਂ ਉਹਨੂੰ ਇਹਦੀ ਬਦਸਿਸੀ ਲੱਗਣੀ ਹੈ ਬਹੁਤ ਜੀ। ਜੋ ਇਹਦੀ ਹਾਲਾਤ ਦੇਖਦਾ ਦੇਖੀ ਨਹੀਂ ਹਾਲਤ ਪਹਿਲੇ ਬਹੁਤ ਕੀ ਕੰਮ ਕੀ ਕਰਦੇ ਇਹਨਾਂ ਦੇ ਬੱਚੇ? ਸਾਨੂੰ ਨਹੀਂ ਪਤਾ ਜੀ, ਸਾਨੂੰ ਕੁਝ ਨਹੀਂ ਪਤਾ ਜੀ। ਵੈਸੇ ਕਦੀ ਆਂਦੇ ਮਿਲਣ ਵਾਸਤੇ? ਨਹੀਂ ਕਦੀ ਮਿਲਣ ਨਹੀਂ ਆਏ, ਇਹਨੂੰ ਕਦੀ ਮਿਲਣ ਨਹੀਂ ਆਏ। ਬੱਚਿਆਂ ਦਾ ਵੀਰ ਜੀ ਜਿਹੜਾ ਇਹਨਾਂ ਦਾ ਲਾਗਲੇ ਪਾਸੇ ਘਰ ਆ ਨਾ, ਉਹਨਾਂ ਦੀ ਇੱਕ ਪੋਤਰੇ ਦੀ ਮੀਟ ਦੀ ਦੁਕਾਨ ਆ, ਆਟੋ ਵਗੈਰਾ ਗੱਡੀਆਂ ਵਗੈਰਾ ਵੀ ਹੈਗੀਆਂ। ਮੈਂ ਸਰਚ ਜਿੰਨੀ ਮੇਰੇ ਕੋਲ ਹੋ ਸਕੀ ਮੈਂ ਕੀਤੀ, ਪਰ ਪ੍ਰਸ਼ਾਸਨ ਵੀ ਜਿਹਨੂੰ ਕਹਿੰਦੇ ਆ ਕਿ ਹੱਥ ਖੜੇ ਕਰ ਗਿਆ। ਉਹਨਾਂ ਨੇ ਸਾਫ਼ ਕਹਿਤਾ, ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ, ਸਾਡੇ ਲੀਡਰ ਸਾਹਿਬਾਨ ਜੇ ਕੋਈ ਸਾਡੀ ਵੀਡੀਓ ਦੇਖ ਰਿਹਾ, ਇਦਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਜਿੰਦੇ ਜੀ ਮਾਂ ਨੂੰ ਜਾਂ ਪਿਓ ਨੂੰ ਘਰ ਚੋਂ ਨਾ ਕੱਢਿਆ ਜਾਵੇ। ਪ੍ਰਸ਼ਾਸਨ ਕਹਿੰਦਾ ਕਿ ਸਾਡੇ ਕੋਲ ਕੋਈ ਅਧਿਕਾਰ ਹੀ ਨਹੀਂ ਕਿ ਅਸੀਂ ਇਹਨੂੰ ਇਨਸਾਫ ਦਿਵਾ ਸਕੀਏ, ਪਰ ਕੋਈ ਨਾ ਕੋਈ ਲਾਅ ਹੋਣਾ ਚਾਹੀਦਾ। ਹੋਣਾ ਚਾਹੀਦਾ ਬਿਲਕੁਲ, ਪੁੱਛਣ ਕੋਈ ਨਹੀਂ ਆਂਦਾ। ਬੜੀ ਹੈਰਾਨੀ ਦੀ ਗੱਲ ਹੈ। ਤਾਂ ਉਹ ਭੈਣ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੇ ਲਗਾਤਾਰ ਸੇਵਾ ਨਿਭਾ ਰਹੇ ਆ, ਰੋਟੀ ਖਵਾ ਰਹੇ ਨੇ ਇਸ ਮਾਂ ਨੂੰ। 7 ਬਗਾਨੇ ਜਿਹੜੇ ਨੇ ਉਹ ਕੰਮ ਕਰ ਰਹੇ ਪਏ ਜਿਹੜੇ ਪੁੱਤਾਂ ਨੂੰ ਕੰਮ ਕਰਨਾ ਚਾਹੀਦਾ ਸੀ। ਭੈਣ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਦੁਕਾਨ ਖੋਲਿਆ? 1.5 ਸਾਲ। 1.5 ਸਾਲ ਹੋ ਹਾਂਜੀ, ਚੁੱਕੇ ਆ। ਤਾਂ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖਦੇ ਜੇ ਮਾਂ ਦੇ? ਇਸ ਤਰ੍ਹਾਂ ਜੇ ਦੇਤੀ ਠੀਕ, ਨਹੀਂ ਦੇਤੀ ਸੋ ਗਈ ਵਿਚਾਰੀ। ਜਿਹੜਾ ਮਰਜ਼ੀ ਦੇ ਜਾਂਦਾ, ਜਿਹੜੀ ਮਰਜ਼ੀ ਖਾ ਲੈਂਦੀ ਵਿਚਾਰੀ। ਤੇ ਬੱਚੇ ਆਂਦੇ ਕਦੀ ਆਂਦੇ ਦੇਖੋ ਕਿ ਨਹੀਂ, ਇੱਕ ਦਿਨ ਦੋਤਰਾ ਆਇਆ ਸੀ ਇਹਦਾ, ਉਹ 2 ਮਿੰਟ ਦੇਖ ਕੇ ਚਲਾ ਗਿਆ ਸੀ। ਉਹਨੂੰ ਕਹਿੰਦੇ ਚੱਲ ਘਰ, ਕਹਿੰਦੀ ਮੈਂ ਨਹੀਂ ਜਾਣਾ। ਦੋਤਰਾ? ਹਾਂਜੀ। ਤਾਂ ਚਾਹੁੰਦੇ ਤੇ ਜ਼ਬਰਦਸਤੀ ਲੈ ਕੇ ਵੀ ਜਾ ਸਕਦੇ ਕਿਉਂਕਿ ਮਾਂ ਤੇ ਮਾਂ ਵਾ। ਸੀ ਇਹਨਾਂ ਨੂੰ ਕੋਈ ਮਾਸਾ ਦੀ ਗੋਲੀ ਦੇ ਕੇ ਨੀਂਦਰ ਦੀ ਮਾੜੀ ਜੀ ਲੈ ਜਾ, ਇੱਕ ਵਾਰੀ ਲੈ ਕੇ ਜਾਓ, ਮੁੜ ਕੇ ਉਹਨਾਂ ਨੇ ਆਪੇ ਉੱਪਰ ਰੈਸ਼ ਕਰ ਲੇਗੀ, ਆਪਣਾ ਪਕਾਵੇ ਆਪਣਾ ਖਾਵੇ। ਪਰ ਉਹ ਵੀ ਨਹੀਂ ਆਉਂਦੇ। ਕੋਈ ਨਹੀਂ ਆ ਰਿਹਾ, ਮੇਰੇ ਹੁੰਦੇ ਤਾਂ ਕੋਈ ਵੀ ਨਹੀਂ ਵੜਿਆ। ਰੋਟੀ ਪਾਣੀ ਤੁਸੀਂ ਦੇ ਰਹੇ ਜੀ? ਹਾਂਜੀ, ਉਹ ਬਾਬੇ ਦੀ ਦਇਆ ਜੀ, ਉਹਨੇ ਦੇਣੀ, ਮੈਂ ਕੀ ਦੇਣਾ। ਫਿਰ ਵੀ ਡੇਲੀ ਪੋਸਟ ਪੰਜਾਬੀ ਦੀ ਟੀਮ ਤੁਹਾਡਾ ਧੰਨਵਾਦ ਕਰਦੀ ਹੈ। ਜੇ ਫਿਰ ਵੀ ਤੁਹਾਨੂੰ ਲੱਗਦਾ ਕਿ ਕੋਈ ਕਮੀ ਪੇਸ਼ੀ ਰੋਟੀ ਦੀ, ਤੇ ਅਸੀਂ ਤੁਹਾਡੇ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਸੋ ਇਸ ਬਿਲਕੁਲ ਜੀ ਮਾਤਾ ਵੱਲੋਂ ਜਿਸ ਤਰ੍ਹਾਂ ਫਿਰ ਦੁਬਾਰਾ ਤਸਵੀਰਾਂ ਦਿਖਾਵਾਂਗੇ, ਚੌਂਕਾ ਦੇਣ ਵਾਲੀਆਂ ਤਸਵੀਰਾਂ ਜਿਹੜੀਆਂ ਨੇ ਇਹ ਜਿਹੜੀਆਂ ਤੁਸੀਂ ਦੇਖ ਰਹੇ ਜੇ ਕਿ ਮਾਤਾ ਜੀ ਇੱਥੇ ਮੌਜੂਦ ਨੇ ਜੀ। ਅੱਜ ਤੋਂ 13 ਸਾਲਾਂ ਤੋਂ ਮੇਰੇ ਕੋਲ ਹੀ ਹੈ। ਤੁਹਾਡੇ ਕੋਲ? ਹਾਂ, ਮੇਰੀ ਬਿਲਡਿੰਗ 'ਚ ਹੀ ਹੈ। ਓਕੇ ਹਾਂਜੀ, ਬਹੁਤ ਵਧੀਆ ਤੁਸੀਂ ਕੰਮ ਕੀਤਾ। ਜਿਹੜੀ ਜਗ੍ਹਾ ਦਿੱਤੀ ਹੈ, ਨਹੀਂ ਤੇ ਇਹ ਰੋਲਦੀ ਹੋਣੀ ਸੀ ਮਾਤਾ। ਮਾਸੀ ਦੀ ਜਗ੍ਹਾ ਹੈ। ਜਦੋਂ ਤੱਕ ਹੈਗੀ ਹੈ ਉਹਦੀ ਹੈ। ਲਾਕਡਾਊਨ 'ਚ ਵੀ ਆ ਕੇ ਮੈਂ ਇਹਨਾਂ ਨੂੰ ਉੱਤੇ ਮੇਰੇ ਕੋਲ ਰਹਿੰਦੇ, ਮੇਰੇ ਕੋਲ ਸਾਹਮਣੇ ਮਨੋਂ ਪੈਸੇ ਦੇ ਕੇ ਮਾਸੀ ਨੂੰ ਰੋਟੀ ਦੀ ਦਿੱਕਤ ਨਹੀਂ ਆਣੀ ਚਾਹੀਦੀ ਜੀ। ਮਾਸੀ ਆਪਣੇ ਕੋਲ ਰਹਿੰਦੀ ਹੈ ਤੇ ਮੈਂ ਇਸ ਲਈ ਉਹ ਬਾਹਰ ਨਿਕਲਿਆ। ਮੈਨੂੰ ਕਹਿੰਦੇ ਬਾਹਰ ਗਏ ਆ ਕਿ ਅਗਰ ਆਪਾਂ ਛੱਡਣਾ ਤੇ ਮੈਨੂੰ ਵੀ ਥੋੜਾ ਪਤਾ ਲੱਗੇ ਕਿੱਥੇ ਛੱਡਣਾ ਆਪਾਂ। ਤੁਹਾਡੇ ਕੋਲ ਸਾਰੀ ਲਿਖਤ ਪੜਤ ਹੋ ਕੇ ਫਾਰਮ ਭਰ ਕੇ, ਕਿਉਂਕਿ ਇਹਨਾਂ ਦੇ ਜਿਹੜੇ ਪਰਿਵਾਰ ਦੇ ਉਹ ਵੀ ਮੈਂ ਜਾਣਦਾ। ਉਹ ਕੁਝ ਸਬਜ਼ੀ ਰੇੜੀ ਲਾਉਂਦਾ ਇੱਥੇ ਹੈਗੇ ਆ। ਉਹਨਾਂ ਨੂੰ ਮੈਂ 1-2 ਵਾਰੀ ਉਦੋਂ ਕਿਹਾ ਸੀ ਜਦੋਂ ਮੈਨੂੰ ਪਹਿਲੇ ਪਤਾ ਲੱਗਾ ਸੀ ਕਿ ਉਹਨਾਂ ਦੇ ਪਰਿਵਾਰ ਦੀ ਹੈ। ਉਹ ਕਹਿੰਦੇ ਅਸੀਂ ਨਹੀਂ ਲੈ ਕੇ ਜਾਣਾ। ਮੈਂ ਕਿਹਾ ਕੋਈ ਗੱਲ ਨਹੀਂ, ਇੱਥੇ ਰਹਿਣ ਮਾਸੀ, ਕੋਈ ਗੱਲ ਨਹੀਂ। ਭਾਜੀ ਇੱਕ ਸਿਰਫ ਇਨਸਾਨੀਅਤ ਦੇ ਨਾਤੇ ਵੈਸੇ ਮੈਂ ਇੱਕ ਸਵਾਲ ਕਰਦਾ, ਜਦੋਂ ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਨੇ ਤਾਂ ਜਦੋਂ ਤੱਕ ਜਵਾਨੀ ਦੀ ਦਲੀਲ 'ਚ ਪੈਰ ਨਹੀਂ ਰੱਖਦਾ ਉਦੋਂ ਤੱਕ ਮਾਤਾ ਪਿਤਾ ਉਹਦਾ ਸਾਥ ਦਿੰਦੇ ਨੇ, ਬੱਚੇ ਨੂੰ ਉਂਗਲ ਫੜ ਕੇ ਚਲਾਉਣਾ ਸਿਖਾਉਂਦੇ। ਜਦੋਂ ਮਾਂ-ਬਾਪ ਦੀ ਵਾਰੀ ਆਉਂਦੀ ਹੈ ਉਂਗਲ ਫੜਨ ਦੀ ਆਪਣੇ ਪੁੱਤ ਦੀ, ਤੇ ਉਦੋਂ ਬੱਚੇ ਪਿੱਛਾ ਕਰ ਜਾਂਦੇ। ਭਾਜੀ ਦੇਖੋ, ਇਹ ਤਾਂ ਬੜੀ ਮੰਦਭਾਗੀ ਘਟਨਾ। ਕੋਈ ਇਹੋ ਜਿਹਾ ਅੱਜ ਦੇ ਸਮਾਜ 'ਚ ਲੋਕਾਂ ਦੇ ਦਿਮਾਗ ਦੀ ਨਾ ਫਿਤਰਤ ਹੀ ਖਰਾਬ ਹੋ ਗਈ ਹੈ ਜੀ। ਕਿ ਜਿੰਨੇ ਜੰਨਿਆ ਜਿਹੜਾ ਮਤਲਬ ਕਿ ਤੁਹਾਨੂੰ ਇਹ ਧਰਤੀ ਤੇ ਲੈ ਕੇ ਆਇਆ, ਉਹਨੂੰ ਹੀ ਬੰਦਾ ਭੁੱਲ ਜਾਂਦਾ, ਉਹਨੂੰ ਛੱਡ ਦਿੰਦਾ। ਭਾਵੇਂ ਉਹ ਸਾਈਕੋਲੋਜੀ ਮੈਂਟਲੀ ਥੋੜਾ ਜਿਹਾ ਅਪਸੈਟ ਹੈ ਜਾਂ ਕੀ ਹੈਗਾ ਕਿ ਆਪਾਂ ਸੇਵਾ ਨਹੀਂ ਕਰ ਸਕਦੇ। ਦੇਖੋ, ਉਹ ਪਰਮਪਿਤਾ ਪਰਮਾਤਮਾ ਨੇ ਥੱਲੇ ਭੇਜਿਆ ਨਾ, ਉਹਨੇ ਰੋਟੀ ਵੀ ਆਪਣੇ ਆਪ ਹੀ ਕਰ ਦੇਣੀ ਹੈ। ਠੀਕ ਹੈ ਮਾਸੀ, ਠੀਕ ਹੈ। ਬੱਚੇ ਇਹ ਜਗ੍ਹਾ ਮੈਨੂੰ ਇਹ ਮਾਸੀ ਨੇ ਲੈ ਕੇ ਦਿੱਤੀ ਹੈ। ਮੈਂ ਤੇ ਕਿਰਾਏ ਤੇ ਸੀ ਤੇ ਇਹ ਕਹਿੰਦੀ ਹੁੰਦੀ ਸੀ ਆ ਤੇਰੀ ਹੂੰ, ਆ ਤੇਰੀ ਹੂੰ, ਆ ਤੇਰੀ ਹੂੰ। ਇਹਨਾਂ ਵੱਲੋਂ ਕਿਹਾ ਜਾਂਦਾ ਸੀ ਇਹਨਾਂ ਨਹੀਂ ਇਹ ਤੂੰ ਲੈਣੀ ਹੈ, ਇਹ ਤੇਰੀ ਹੈ। ਉਹ ਮਿਲ ਗਿਆ। ਮੈਂ ਇੱਥੇ 3000 ਰੁਪਏ ਕਿਰਾਏ ਤੇ ਹੈਗਾ ਸੀ। ਅੱਛਾ ਜੀ। ਪੂਰੀ ਬਿਲਡਿੰਗ ਪਹਿਲੇ ਮੈਂ ਉਹ ਲਿੱਤੀ, ਫਿਰ ਮੈਂ ਉਤਲਾ ਲਿੱਤਾ, ਫਿਰ ਮੈਂ ਦੁਕਾਨਾਂ ਲਿੱਤੀਆਂ, ਇਹਨਾਂ ਲੈ ਕੇ ਦਿੱਤੀ ਹੈ। ਬਾਕੀ ਲਾਤੀ ਤੇ ਉਦੋਂ ਵੀ ਜਦੋਂ ਹੁੰਦੀ ਸੀ ਤਦ ਵੀ ਇਹਨਾਂ ਇਹ ਕਮਰਾ ਕਿ ਕਿਰਾਇਆ ਲੈਣਾ ਤਾਂ ਮੇਰੇ ਕੋਲ ਲਓ। ਕੋਈ ਪੈਸੇ ਨਾ ਨਹੀਂ ਬਾਕੀ ਤੇ ਹਜੇ ਵੀ ਇਹ ਮੇਰੇ ਕੋਲ ਗਿਆ। ਇਹਨਾਂ ਨੂੰ ਮੈਂ ਕਈ ਵਾਰੀ ਕਿਹਾ ਕਿ ਲੈਣੀਆਂ ਮੈਂ ਸਾਰੀ ਦੁਕਾਨਾਂ ਕੱਢ ਦਾਂਗਾ। ਇਹ ਮਾਸੀ ਜਿੱਥੇ ਬਹਿਣਾ
ਮਾਸੀ ਉੱਥੇ ਰਵੇ ਮਾਂ ਹਜੇ ਵੀ ਕਹੀ ਜਾਂਦੀ ਹੈ ਕਿ ਮੈਨੂੰ ਕੋਈ ਕਮੀ ਨਹੀਂ ਹੈ। ਉਹ ਬੋਲਦਾ ਅੱਛਾ ਮਾਸੀ ਨੂੰ ਹੁਣੇ ਪੁੱਛੋ, ਉਹਨੇ ਕਹਿਣਾ ਇੱਥੇ ਇੰਨੇ ਟਨ ਸੋਨਾ ਹੈਗਾ ਕੱਢ ਲੈ, ਤੇਰਾ ਹੈਗਾ ਜੀ। ਜੋ ਕਹਤਾ ਉਹ ਕਰੋੜਾਂ ਤੋਂ ਘੱਟ ਗੱਲਾਂ ਨਹੀਂ ਕਰਦੀ, ਮਾਸੀ ਨਾਲ ਗੱਲ ਕਰੋ। ਕਰੋੜਾਂ ਅਰਬਾਂ ਤੋਂ ਘੱਟ ਗੱਲਾਂ ਨਹੀਂ ਕਰਦੀ। ਬਿਲਕੁਲ ਸਹੀ ਗੱਲ ਹੈ। ਮਾਤਾ ਜੀ ਤੁਸੀਂ ਕੀ ਸਾਡੇ ਕੋ ਕੀ ਚਾਹੁੰਦੇ ਜੀ? ਅਸੀਂ ਤੁਹਾਡੀ ਹੈਲਪ ਕਰਨਾ ਚਾਹੁੰਦੇ ਆ, ਅਸੀਂ ਤੁਹਾਨੂੰ ਕਿਸੇ ਆਸ਼ਰਮ ਦੇ ਵਿੱਚ ਛੱਡਣਾ ਚਾਹੁੰਦੇ। ਤੁਸੀਂ ਜਾਣਾ ਚਾਹੋਗੇ ਸਾਡੇ ਨਾਲ? ਮੈਂ ਨਹੀਂ ਜਾਣਾ। ਆਪਣੇ ਪੁੱਤਾਂ ਦੇ ਘਰ ਜਾਣਾ ਚਾਹੋਗੇ? ਨਹੀਂ, ਮੈਂ ਆਪਣੇ ਘਰ ਰਹਿੰਦੀ। ਬਸ ਇੱਥੇ ਰਹਿਣਾ ਤੁਸੀਂ? ਟੁੱਟ ਚੁੱਕੀ ਆ ਇਹ ਮਾਂ ਜਿਹੜੀ ਆ, ਕਿਤੇ ਨਾ ਕਿਤੇ ਟੁੱਟ ਚੁੱਕੀ ਆ। ਸਿਰਫ ਤੇ ਸਿਰਫ ਮਾਂ ਦੇ ਮੂੰਹ ਚੋਂ ਇਹੋ ਹੀ ਨਿਕਲ ਰਿਹਾ ਕਿ ਮੈਂ ਨਹੀਂ ਜਾਣਾ, ਮੈਂ ਇੱਥੇ ਹੀ ਸਹੀ ਆ। ਜੇਕਰ ਗੱਲ ਕਰਦੇ ਆ ਕਿ ਆਪਣੇ ਪੁੱਤਾਂ ਕੋ ਜਾਣਾ ਹੈ ਕਿ ਨਹੀਂ ਜਾਣਾ, ਤਾਂ ਬੜੀ ਵੱਡੀ ਗੱਲ ਆ। ਦੇਖ ਸਕਦੇ ਜੇ ਕਿ ਕਿਹਾ ਜਾਂਦਾ ਹੈ ਕਿ ਆਪਣੇ ਪੁੱਤਾਂ ਕੋ ਜਾਣਾ ਕਿ ਨਹੀਂ ਜਾਣਾ, ਤੇ ਮਾਂ ਕਹਿੰਦੀ ਕਿ ਨਹੀਂ ਮੈਂ ਇੱਥੇ ਹੀ ਸਹੀ ਆ। ਮੇਰੇ ਪੁੱਤ ਇੱਥੇ ਆਉਂਦੇ ਨੇ ਤਾਂ ਮੇਰਾ ਹਾਲ ਚਾਲ ਵੀ ਪੁੱਛਦੇ, ਮੈਨੂੰ ਪੈਸੇ ਵੀ ਦੇ ਕੇ ਜਾਂਦੇ, 20-20 ਹਜ਼ਾਰ ਦੇ ਕੇ ਜਾਂਦੇ। ਮਾਤਾ ਦੀ ਇਸ ਤਰ੍ਹਾਂ ਦੀ ਗੱਲਾਂ ਨੇ। ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਮਾਂ ਬਾਪ ਵਾਸਤੇ ਧੀਆਂ ਪੁੱਤ ਚਾਹੇ ਜੋ ਮਰਜ਼ੀ ਕਰੀ ਜਾਣ, ਉਹਨਾਂ ਵਾਸਤੇ ਹੀਰੇ ਹੀ ਨੇ। ਤਾਂ ਇਹ ਸਾਬਤ ਕੀਤਾ ਇਸ ਮਾਂ ਨੇ। ਤਾਂ ਹੁਣ ਅਸੀਂ ਕਵਾਂਗੇ ਉਸੇ ਪੁੱਤਾਂ ਨੂੰ, ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਕਿ ਤੁਸੀਂ ਵੀ ਥੋੜੀ ਜਿਹੀ ਸ਼ਰਮ ਕਰੋ। ਮਾਂ ਜਿਸ ਤਰ੍ਹਾਂ ਦੀ ਮਰਜ਼ੀ ਆ, ਉਹਨੂੰ ਲੈ ਕੇ ਜਾਓ, ਆਪਣੇ ਘਰ ਲੈ ਕੇ ਜਾਓ। ਘਰ ਲਿਜਾਣ ਵਾਸਤੇ ਕੁਛ ਇਸ ਤਰ੍ਹਾਂ ਦਾ ਉਪਰਾਲਾ ਕਰੋ ਜਿਹਦੇ ਨਾਲ ਹਰ ਮਾਂ ਆਪਣੇ ਆਪਣੇ ਘਰ 'ਚ ਰਵੇ ਤੇ ਹਰ ਪੁੱਤ ਨੂੰ ਕੋਈ ਚੰਗਾ ਸੁਨੇਹਾ ਮਿਲੇ। ਹੁਣ ਕੁਝ ਸੰਸਥਾਵਾਂ ਅਗਾਂਹ ਵਧਣਗੀਆਂ ਤਾਂ ਇਸ ਮਾਂ ਨੂੰ ਲੈ ਕੇ ਜ਼ਰੂਰ ਜਾਣਗੀਆਂ, ਪਰ ਸ਼ਰਮ ਦੀ ਗੱਲ ਤੇ ਉਹਨਾਂ ਪੁੱਤਾਂ ਵਾਸਤੇ ਆ, ਉਹਨਾਂ ਧੀਆਂ ਵਾਸਤੇ ਨੇ ਜਿਨ੍ਹਾਂ ਨੇ ਸੜਕ ਦੇ ਕੰਢੇ ਤੇ ਸੁੱਟਿਆ ਇਸ ਮਾਂ ਨੂੰ। ਪਹਿਲਾਂ ਵੀ ਇੱਕ ਤਸਵੀਰਾਂ ਤੁਹਾਡੇ ਸਾਹਮਣੇ ਅਸੀਂ ਸਾਂਝੀਆਂ ਕੀਤੀਆਂ ਸੀ, ਜਿੱਥੇ ਇੱਕ 4x4 ਦੇ ਚਬੱਚੇ ਦੇ ਵਿੱਚ ਇੱਕ ਮਾਂ ਰਹਿੰਦੀ ਸੀ। ਤਾਂ ਪਹਿਲਾਂ ਬੜੀਆਂ ਗੱਲਾਂ ਕਰਦੇ ਸੀ ਸਾਰੇ ਜਣੇ। ਤਾਂ ਜਦੋਂ ਉਸ ਮਾਂ ਦੀ ਮੌਤ ਹੋ ਗਈ ਉਸ ਜਗ੍ਹਾ ਦੇ ਉੱਤੇ, ਤਾਂ ਉਹਦੇ ਪੁੱਤ ਵੀ ਨਿਕਲ ਆਏ ਤੇ ਉਹਦੀਆਂ ਧੀਆਂ ਵੀ ਨਿਕਲ ਆਈਆਂ, ਤੇ ਜਿਹੜੀਆਂ ਕਹਿ ਲੱਗੀਆਂ ਕਿ ਅਸੀਂ ਸੰਸਕਾਰ ਕਰਾਂਗੇ। ਪਰ ਉਹਨਾਂ ਦੀਆਂ ਸਰਕਾਰੀ ਨੌਕਰੀਆਂ ਸਨ, ਵੱਡੀਆਂ ਕੋਠੀਆਂ ਸਨ, ਪਰ ਮਾਂ ਜਿਹੜੀ ਸੀ ਉਹ 4x4 ਦੇ ਚਬੱਚੇ 'ਚ ਮਰੀ। ਤਾਂ ਹੁਣ ਇਹ ਜਿਹੜੀ ਮਾਂ ਵਾ, ਅਸੀਂ ਇਹ ਨਹੀਂ ਚਾਹੁੰਦੇ ਕਿ ਇਹ ਮਾਂ ਦੀ ਵੀ ਮੌਤ ਹੋਵੇ ਇਸ ਤਰ੍ਹਾਂ ਦੀ ਜਗ੍ਹਾ ਦੇ ਉੱਤੇ। ਅਸੀਂ ਰੱਬ ਦਾ ਵੀ ਸ਼ੁਕਰਾਨਾ ਕਰਦੇ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਾਂ ਇਸ ਤਰ੍ਹਾਂ ਦੇ ਲੋਕ ਇੱਥੇ ਪਹੁੰਚੇ ਨੇ ਜਿਹੜੇ ਕਿ ਮਦਦ ਕਰ ਰਹੇ ਆ ਮਾਂ ਦੀ। ਪਰ ਉਹ ਪੁੱਤਾਂ ਨੂੰ ਅਸੀਂ ਬਸ਼ਰਮ ਕਵਾਂਗੇ, ਹੋਰ ਕੁਝ ਨਹੀਂ ਕਵਾਂਗੇ। ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।